श्री वाहिगुरु साहिब जी। तनासरी महला चौथा। घर पहला चौपदी। एक ओंकार सतगुर प्रसाद। जो हर सेवहि संत भगत, तिनके सब पाप निवारी। हम ऊपर कृपा कर स्वामी, रख संगत तुम जो प्यारी। जो हर सेवहि संत भगत, तिनके सब पाप निवारी। हम ऊपर कृपा कर स्वामी, राखो संगत तुम जो प्यारी। हर गुण कह न सको बनवारी। हम पापी पाथर नीर डुबत, कर कृपा पाखण हम तारी। रहाऊ जन्म जन्म के लागे बिख मोरचा, लग संगत साधु सवारी। जो कंचन बैसंतर तायो, मल काटी कटित उतारी। हर हर जपन जपो दिन राती, जप हर 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 उर तारी। हर 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 औखद जग पूरा, जप हर हर हौमै मारी। हर हर अगम अगाध बोध, अपरंपर पुरख अपारी। जन को कृपा करहु जग जीवना, जन नानक पैज सवारी। हर हर अगम अगाध बोध, अपरंपर पुरख अपारी। जन को कृपा करहु जग जीवना, जन नानक पैज सवारी। वाहिगुरु जी का खालसा, वाहिगुरु जी की फतेह। जुगो जुगे अटल हाजरा हजूर, तखत चबर दे मालक, वालिए दो जहान, दसां पातशाह दे आत्मक जोत रूप, शब्द गुरु धन धन सतगुरु गुरुदेव श्री गुरु ग्रंथ साहिब महाराज सच्चे पातशाह जियां दी पावन पवित्र निੱਘੀ ਗੋਦ ਦੇ ਅੰਦਰ ਗੁਰਾਂ ਦੀ ਜੇ ਚਰਨਾਂ ਨਾਲ ਵਰੋਸਾਈ ਹੋਈ ਧਰਤ, महान पावन पवित्र पाक मुकद्दस अस्थान सचखंड श्री दरबार साहिब विखे नतमस्तक हो रही गुरु रूप गुरु खालसा सत संगत। आओ चित बिरतियां एकाग्र करिए, गुरां जी दे शब्द विच ध्यान जोड़दियां हाजरियां लवाइए, गज वज के फतेह बुलाइए जी। वाहिगुरु जी का खालसा, वाहिगुरु जी की फतेह। गुरु रूप खालसा सत संगत जी, गुरु जी ने अज अमृत वेले सचखंड श्री दरबार साहिब तो प्रकाशमान होंदियां जो हुक्मनामे मुख वाक
ਸਾਡੀ ਝੋਲੀ ਵਿੱਚ ਪਾਏ ਹਨ। ਇਹ ਅੱਜ ਦੇ ਪਾਵਨ ਬਚਨ ਧੰਨ ਧੰਨ ਗੁਰਦੇਵ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੌਥੀ ਇਲਾਹੀ ਜ਼ੀਨਤ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਧਨਾਸਰੀ ਰਾਗ ਦੇ ਵਿੱਚ ਗਾਏ ਹੋਏ ਪਾਵਨ ਬਚਨ ਹਨ। 4 ਪਦਿਆਂ ਦਾ ਇਹ ਪਾਵਨ ਬਚਨ ਹੈ। 1.5 ਪੰਕਤੀ ਰਹਾਉ ਵਾਲੀ ਹੈ। ਸ਼ਬਦ ਦੇ ਵਿਚਾਰ ਤੋਂ ਪਹਿਲਾਂ ਕਿਉਂਕਿ ਗੁਰਾਂ ਜੀ ਨੇ ਰਾਗ ਦੇ ਨਾਲ ਤਾਲ ਦੇ ਨਾਲ ਅਸਾਂ ਨੂੰ ਜੋੜਿਆ ਹੈ, ਸਾਰੀ ਬਾਣੀ ਹੀ ਗੁਰੂ ਜੀ ਨੇ ਭਗਤ ਸਾਹਿਬਾਨਾਂ ਨੇ ਗੁਰਸਿੱਖਾਂ ਨੇ ਰਾਗ ਦੇ ਵਿੱਚ ਗਾਇਨ ਕੀਤੀ ਹੈ, ਗਾ ਕੇ ਉਚਾਰੀ ਹੈ। ਇਹ ਧਨਾਸਰੀ ਰਾਗ ਦੇ ਵਿੱਚ ਮਹਾਰਾਜ ਜੀ ਨੇ ਗਾਇਆ ਹੈ। ਧਨਾਸਰੀ ਰਾਗ ਸੰਪੂਰਨ ਰਾਗ ਹੈ, ਭਾਵ ਅਰੋਹੀ ਤੇ ਅਵਰੋਹੀ ਦੇ ਵਿੱਚ 7-7 ਸੁਰਾਂ ਲੱਗਦੀਆਂ ਹਨ। ਇਸ ਰਾਗ ਦੀ ਵਾਦੀ ਸੁਰ ਪੰਚਮ ਹੈ, ਭਾਵ ਪਾ ਹੈ। ਇਸ ਨੂੰ ਗਾਉਣ ਦਾ ਸਮਾਂ ਦਿਨ ਦਾ ਤੀਸਰਾ ਪਹਿਰ ਹੈ। ਅਰੋਹੀ ਦੇ ਵਿੱਚ ਭੀਮ ਪਲਾਸੀ ਦੀ ਝਲਕ ਪੈਂਦੀ ਹੈ। ਧਨਾਸਰੀ ਰਾਗ ਜਦੋਂ ਗਾਉਂਦੇ ਆ, ਅਰੋਹੀ ਦੇ ਵਿੱਚ ਜਦੋਂ ਗਾਉਂਦੇ ਆ, ਇਹਨੂੰ ਅਵਰੋਹੀ ਕਰਕੇ ਗਾਉਂਦੇ ਆ ਆਉਂਦੇ ਆ ਤੇ ਪੁਰੀਆ ਮੁਲਤਾਨੀ ਰਾਗ ਦੀ ਝਲਕ ਪੈਂਦੀ ਹੈ। ਬੜਾ ਪਿਆਰਾ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਗਾਂ ਦੀ ਤਰਤੀਬ ਦੇ ਅਨੁਸਾਰ ਇਸ ਦਾ 10ਵਾਂ ਨੰਬਰ ਹੈ। ਅੱਗੇ ਸੰਕੇਤ ਹੈ ਘਰ ਪਹਿਲਾ। ਤਾਲ ਦੇ ਪਹਿਲੇ ਘਰ ਦੇ ਵਿੱਚ ਗਾਇਨ ਕਰਨਾ ਹੈ। 1 ਤੋਂ ਲੈ ਕੇ 17 ਤੱਕ ਘਰ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜ਼ਿਕਰ ਹੈ। ਪਹਿਲਾ ਘਰ ਪਹਿਲੇ ਤਾਲ ਦੇ ਵਿੱਚ ਜੋ 12 ਮਾਤਰਾ ਦਾ ਹੁੰਦਾ ਹੈ। ਚੌਪਦੇ 4 ਪਦੇ ਹਨ ਅਤੇ ਸ਼ਬਦ ਦੇ ਆਰੰਭ ਦੇ ਵਿੱਚ ਜਿਵੇਂ ਗੁਰਬਾਣੀ ਦੇ ਅੰਦਰ ਹਰ ਰਾਗ, ਹਰ ਸ਼ਬਦ, ਹਰ ਵੱਡੀ ਲੰਮੀ ਬਾਣੀ ਜਾਂ ਵਾਰਾਂ ਆਰੰਭ ਹੁੰਦਿਆਂ ਭਗਤ ਸਾਹਿਬਾਨਾਂ ਜੀ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਆਰੰਭ ਕਰਦਿਆਂ ਗੁਰਦੇਵ ਜੀ ਨੇ ਮੰਗਲਾਚਰਨ ਰੂਪ, ਮੂਲ ਮੰਤਰ ਦਾ ਸੰਖੇਪ ਰੂਪ ਜਾਂ ਸੰਪੂਰਨ ਰੂਪ ਦਿੱਤਾ ਹੁੰਦਾ ਹੈ। ਇੱਥੇ ਵੀ ਮੂਲ ਮੰਤਰ ਦਾ ਸੰਖੇਪ ਰੂਪ ਦਰਜ ਕੀਤਾ ਹੈ। 1 ਓੰਕਾਰ ਸਤਿਗੁਰ ਪ੍ਰਸਾਦ, ਭਾਵ ਪਰਮਾਤਮਾ ਵਾਹਿਗੁਰੂ ਇੱਕ ਹੈ, ਅਦੁੱਤੀ ਹੈ, ਲਾਮਿਸਾਲ ਹੈ, ਹਰ ਥਾਂ ਰਮਿਆ ਹੋਇਆ ਹੈ, ਵਸਦਾ ਹੈ, ਗੁਰਾਂ ਜੀ ਦੀ ਕਿਰਪਾ ਨਾਲ ਮਿਲਦਾ ਹੈ। ਵਾਰ-ਵਾਰ 1 ਓੰਕਾਰ ਸਤਿਗੁਰ ਪ੍ਰਸਾਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੇਣ ਦਾ ਭਾਵ ਇਹੀ ਹੈ, ਭਾਈ ਇੱਕ ਨਾਲ ਜੁੜੇ ਰਹੀਏ। ਇੱਕ ਤੋਂ ਹੀ ਸਭ ਕਾਸੇ ਦਾ ਆਰੰਭ ਹੈ, ਇੱਕ ਤੋਂ ਹੀ ਬਾਣੀ ਦਾ ਆਰੰਭ ਹੈ। ਇੱਕ ਦੇ ਇਰਦ ਗਿਰਦ ਸਾਡੀ ਜ਼ਿੰਦਗੀ ਤੇ ਸੰਸਾਰ ਜੀਵਨ ਦੀ ਰੌਂ ਰੁਮਕਦੀ ਹੈ। ਇੱਕ ਦੇ ਇਰਦ ਗਿਰਦ ਹੀ ਗੁਰਬਾਣੀ ਦੀ ਵਿਆਖਿਆ ਹੈ। ਇੱਕ ਦੇ ਵਿੱਚ ਹੀ ਅਸੀਂ ਸਮਾ ਜਾਂਦੇ ਹਾਂ, ਇੱਕ ਦੇ ਵਿੱਚ ਹੀ ਮਿਲ ਜਾਂਦੇ ਹਾਂ। ਇੱਕ ਨਾਲ ਜੁੜਨਾ ਹੈ। ਤੋ ਦੁਨੀਆ ਦਾ ਇਹ ਵਾਹਦ ਐਸਾ ਗ੍ਰੰਥ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਜਿਸ ਅੰਦਰ ਵਾਰ-ਵਾਰ ਇੱਕ ਦਾ ਜ਼ਿਕਰ ਆਇਆ ਹੈ। ਜਾਂ ਫਿਰ ਇਸਲਾਮ ਦਾ ਮਹਾਨ ਗ੍ਰੰਥ ਕੁਰਾਨ ਮਜੀਦ ਵਿੱਚ ਵੀ ਆਰੰਭ ਦੇ ਵਿੱਚ ਸਾਰੀਆਂ ਸੂਰਤਾਂ ਦੇ ਆਰੰਭ ਦੇ ਵਿੱਚ ਆਉਂਦਾ ਹੈ ਅਲਫ ਲਾਮ ਮੀਮ ਬਿਸਮਿल्लाहि रहमानि रहीम, ਭਾਵ ਹਜ਼ਰਤ ਮੁਹੰਮਦ ਸਾਹਿਬ ਹਰ ਸੂਰਤ ਦਾ ਆਰੰਭ ਇੱਕ ਰਹਿਮਤਾਂ ਭਰੇ ਖੁਦਾ ਦੀ ਗੱਲ ਦੇ ਨਾਲ ਸ਼ੁਰੂ ਕਰਦੇ ਹਨ। ਤੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਇਸ ਪਾਵਨ ਮੁੱਖ ਵਾਕ ਦੇ ਅੰਦਰ, ਹੁਕਮਨਾਮੇ ਦੇ ਅੰਦਰ ਸਾਡੇ ਜੀਵਨ ਦੇ ਉਧਾਰ ਦੇ ਵਾਸਤੇ, ਜਗਤ ਦੇ ਤਾਰਨੇ ਦੇ ਵਾਸਤੇ, ਜੀਵਨ ਨੂੰ ਸਫਲਿਆਂ ਬਣਾਉਣ ਲਈ ਕਿਹੜਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਪਹਿਲਾਂ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ, ਘਰ ਪਹਿਲਾ, ਚੌਪਦੀ। 1 ਓੰਕਾਰ ਸਤਿਗੁਰ ਪ੍ਰਸਾਦ, ਜੋ ਹਰ ਸੇਵਹਿ ਸੰਤ ਭਗਤ, ਤਿਨ ਕੇ ਸਭ ਪਾਪ ਨਿਵਾਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਜ ਦਾ ਇਹ ਪਾਵਨ ਬਚਨ
उत्तम पुरख दे अंदर उच्चारण कर रहे ने। जिहड़ी व्याकरण की पहली क्रिया हुंदी है फस्ट परसन की क्रिया, मध्यम पुरख की क्रिया, अन पुरख की क्रिया, दूसरे ने उपदेश देना ते किसी तीसरे नूं उपदेश देना मध्यम पुरख अन पुरख है। ये शब्द महाराज जी ने अपने आप नूं, अपने आप की गल, मैं दी गल कि मैं करा, मैं जावां, मैं जपां, मैं किहो जिहा हाँ, ये व्याख्यान किया है। गुरुदेव महाराज कहन लगे, जो हर सेवै संत भगत तिनके सब पाप निवारी। हे वाहिगुरु परमात्मा जीओ, जेड़े जेड़े भी गुरमुखां भगतां संत पुरुषां ने, जग्यासू जना ने तेरा नाम जपिया है, तू उन्हां सारियां दे ही पापां दी निवृत्ति कर दिती है। नाम जपने दे करके उन्हां दे सारे कष्ट पाप औगण गुणा खत्म हो जाते हैं ते वो तेरे दे विच समा जाते हैं। एक नाम ही ऐसा है जिहदे जपने दे करके पाप दूर हो सकते हैं। गुरुदेव महाराज जी बचन करते हैं ना जी, सिमरो सिमर सिमर सुख पावो, सास सास संभाले। हर श्वास दे नाल जपना ते ए लोक परलोक संग सहाय, जत कत मोहे रखवाले। ये नाम ही ऐसा है जिहड़ा किनका एक जिस जी बसावै, ताकि महिमा गणी न आवे। नाम दे विच ही ऐसी महिमा है जिहड़ा ईंधन कीतो मूह घना, भोरी दितिम भाहे। जिहड़ा जिवें मणा मुही लकड़ां जां बालण होवे, ਉਹਨੂੰ ਸਾਰੇ ਬਾਲਣ ਨੂੰ ਸਾੜ ਦੇਣ ਵਾਸਤੇ ਇੱਕ ਕਿਣਕਾ ਚਿੰਗਾਰੀ ਕਾਫੀ ਹੁੰਦੀ ਹੈ। ਐਵੇਂ ਕਿੰਨੇ ਹੀ ਪਾਪ ਹੋਣ, ਗੁਨਾਹ ਹੋਣ, ਉਹਨਾਂ ਸਾਰਿਆਂ ਨੂੰ ਖਤਮ ਕਰਨ ਵਾਸਤੇ ਨਾਮ ਦਾ ਇੱਕ ਕਿਣਕਾ ਹੀ ਕਾਫੀ ਹੈ। ਹਮ ਉਪਰ ਕਿਰਪਾ ਕਰ ਸੁਆਮੀ, ਰੱਖ ਸੰਗਤ ਤੁਮ ਜੋ ਪਿਆਰੇ। ਦਾਤ ਮੰਗਦੇ ਨੇ ਹਜ਼ੂਰ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ। ਕਹਿੰਦੇ ਹੇ ਵਾਹਿਗੁਰੂ, ਜਿਹੜਿਆਂ ਸੰਤਾਂ ਭਗਤਾਂ ਨੇ, ਗੁਰਮੁਖਾਂ ਪਿਆਰਿਆਂ ਜਗਿਆਸੂਆਂ ਨੇ ਤੇਰਾ ਨਾਮ ਜਪਿਆ, ਤੋ ਉਹਨਾਂ ਦੇ ਪਾਪ ਔਗਣ ਗੁਨਾਹ ਮੇਟ ਦਿੱਤੇ। ਸਾਡੇ ਤੇ ਵੀ ਕਿਰਪਾ ਕਰ, ਮੈਂ ਦਾਸ ਤੇ ਵੀ ਐਸੀ ਕਿਰਪਾ ਕਰ। ਹਮ ਉਪਰ ਕਿਰਪਾ ਕਰ ਸੁਆਮੀ। ਹੇ ਜਗਤ ਦੇ ਮਾਲਕ ਸੁਆਮੀ, ਸਾਡੇ ਖਸਮ ਵਾਹਿਗੁਰੂ, ਸਾਡੇ ਉੱਤੇ ਵੀ, ਮੇਰੇ ਉੱਤੇ ਵੀ ਅਜਿਹੀ ਆਪਣੀ ਮਿਹਰਾਮਤ ਭਰੀ ਦ੍ਰਿਸ਼ਟੀ ਕਰ। ਰੱਖ ਸੰਗਤ ਤੁਮ ਜੋ ਪਿਆਰੀ, ਤੇ ਉੱਥੇ ਰੱਖ ਜਿਹੜੀ ਤੇਰੀ ਪਿਆਰ ਵਾਲੀ ਸੰਗਤ ਹੈ, ਜਿਹੜੀ ਸੰਗਤ ਤੇਰਾ ਨਾਮ ਜਪਦੀ ਹੈ। ਜਿਹੜੇ ਗੁਰਮੁਖ ਊਤਮ ਸੰਗਤ ਊਤਮ ਹੋਵੇ। ਸੰਗਤ ਤਾਂ ਮੰਗੀ ਹੈ ਕਿਉਂਕਿ ਉੱਤਮ ਪੁਰਸ਼ਾਂ ਦੀ ਸੰਗਤ ਵਿੱਚ ਬੈਠ ਕਰਕੇ ਉੱਤਮ ਹੋ ਜਾਈਦਾ। ਗੁਣ ਕਉ ਧਾਵੈ ਅਵਗੁਣ ਧੋਵੈ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਵੱਡੇ ਭਾਗਾਂ ਨਾਲ ਸਤਸੰਗਤ ਮਿਲਦੀ ਹੈ ਤੇ ਸਤਸੰਗਤ ਦੇ ਕਰਕੇ ਸਾਡੀ ਖੋਟੀ ਮਤ ਦਾ, ਭੈੜੀ ਮਤ ਦਾ ਨਾਸ਼ ਹੋ ਜਾਇਆ ਕਰਦਾ ਹੈ। ਤੋ ਗੁਰਦੇਵ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਜੋਦੜੀ ਕਰਦੇ ਹਨ। ਹੇ ਵਾਹਿਗੁਰੂ, ਮੈਨੂੰ ਉੱਥੇ ਰੱਖ ਜਿੱਥੇ ਤੈਨੂੰ ਪਿਆਰ ਕਰਨ ਵਾਲੀ ਤੇਰੀ ਸੰਗਤ ਵਸਦੀ ਹੈ। ਹਰ ਗੁਣ ਕਹਿ ਨਾ ਸਕੋ ਬਨਵਾਰੀ। ਹੇ ਵਾਹਿਗੁਰੂ ਜੀ, ਮੈਂ ਤੇਰੇ ਗੁਣਾਂ ਦਾ ਗਾਇਨ ਨਹੀਂ ਕਰ ਸਕਦਾ। ਹਰ ਗੁਣ ਕਹਿ ਨਾ ਸਕਉ ਬਨਵਾਰੀ, ਮੈਂ ਤੇਰੇ ਗੁਣਾਂ ਨੂੰ ਵਿਖਿਆਨ ਨਹੀਂ ਕਰ ਸਕਦਾ। ਤੇਰੇ ਗੁਣ ਕਥਨ ਤੋਂ ਬਾਹਰ ਹਨ। ਅਸੀਂ ਗੁਣਾਂ ਦਾ ਗਾਇਨ ਕਰਨਾ ਹੈ, ਗੁਣਾਂ ਨੂੰ ਅੰਦਰ ਸਮਾ ਲੈਣ ਵਾਸਤੇ। ਗੁਣਾਂ ਦਾ ਗਾਇਨ ਕਰਨਾ ਹੈ ਗੁਣੀ ਦੇ ਨਾਲ ਜੁੜ ਜਾਣ ਵਾਸਤੇ, ਆਪ ਗੁਣੀ ਬਣ ਜਾਣ ਵਾਸਤੇ, ਤਾਂ ਗੁਣਾਂ ਦਾ ਗਾਇਨ ਕਰਨਾ ਹੈ। ਜਿਵੇਂ ਅਸੀਂ ਬਰਸਾਤ ਦਾ ਆਨੰਦ ਲੈਂਦੇ ਹਾਂ, ਬਰਸਾਤ ਦੀਆਂ ਬੂੰਦਾਂ ਗਿਣਨ ਵਾਸਤੇ ਨਹੀਂ ਕਿ ਕਿੰਨਾ ਕੁ ਮੀਂਹ ਪਿਆ ਹੈ, ਬਰਸਾਤ ਦਾ ਆਨੰਦ ਲੈਣ ਵਾਸਤੇ ਹੀ ਅਸੀਂ ਬਰਸਾਤ ਵਿੱਚ ਬੈਠਦੇ ਹਾਂ। ਅਸੀਂ ਧੁੱਪ ਦੇ ਵਿੱਚ ਬੈਠਦੇ ਹਾਂ, ਰੌਸ਼ਨੀ ਦੀਆਂ, ਸੂਰਜ ਦੀਆਂ ਕਿਰਨਾਂ ਨਹੀਂ ਗਿਣਦੇ, ਉਹਦਾ ਆਨੰਦ ਲੈਂਦੇ ਹਾਂ, ਉਹਦਾ ਲਾਹਾ ਲੈਂਦੇ ਹਾਂ, ਉਹਦਾ ਗੁਣ ਪ੍ਰਾਪਤ ਕਰਦੇ ਹਾਂ। ਹਜ਼ੂਰ ਮਹਾਰਾਜ ਕਹਿੰਦੇ ਭਾਈ ਇਸੇ ਤਰ੍ਹਾਂ ਘਣ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਕਹਿੰਦੇ ਜਿਵੇਂ ਇਹਨਾਂ ਸਾਰੀਆਂ ਚੀਜ਼ਾਂ ਦਾ, ਬਰਸਾਤ ਦੀਆਂ ਬੂੰਦਾਂ ਦਾ,
ਰਵ-ਸਸ ਦੀਆਂ ਕਿਰਨਾਂ ਦਾ ਜਿਵੇਂ ਕੋਈ ਅੰਤ ਨਹੀਂ, ਸਮੁੰਦਰ ਦੀ ਡੂੰਘਾਈ ਦਾ, ਬਸੰਤ ਵਿੱਚ ਖਿੜੇ ਹੋਏ ਫੁੱਲਾਂ ਦਾ ਕੋਈ ਅੰਤ ਨਹੀਂ ਹੈ। ਇਸੇ ਤਰ੍ਹਾਂ ਵਾਹਿਗੁਰੂ ਜੀ ਦੀ ਮਹਿਮਾ ਦਾ, ਉਹਦੀ ਸਿਫਤ ਦਾ ਕੋਈ ਅੰਤ ਨਹੀਂ ਹੈ। ਉਹਦੇ ਗੁਣ ਅਨੇਕਾਂ ਹਨ, ਬੇਅੰਤ ਹਨ, ਬੇਸ਼ੁਮਾਰ ਹਨ। ਬੇਸ਼ੁਮਾਰ ਬੇਅੰਤ ਸੁਆਮੀ, ਉਹ ਬੇਸ਼ੁਮਾਰ ਤੇ ਬੇਅੰਤ ਹੈ, ਅੰਤ ਤੋਂ ਰਹਿਤ ਹੈ। ਤੋ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਗਾਇਣ ਦੀ ਦਾਤ ਵੀ ਮੰਗਦੇ ਹਨ। ਹਮ ਪਾਪੀ ਪਾਥਰ ਨੀਰ ਡੁਬਤ, ਕਰ ਕਿਰਪਾ ਪਾਖਣ ਹਮ ਤਾਰੀ। ਨਿਰਮਾਣਤਾ ਹੈ ਆਪਣੇ ਗੁਨਾਹਾਂ ਦੇ ਪ੍ਰਤੀ। ਜਦੋਂ ਅਸੀਂ ਸੁਚੇਤ ਹੋ ਜਾਂਦੇ ਹਾਂ, ਜਦੋਂ ਅਸੀਂ ਆਪਣੇ ਔਗਣਾਂ ਨੂੰ ਵੇਖਣ ਲੱਗ ਜਾਂਦੇ ਹਾਂ, ਤੇ ਫਿਰ ਸਾਡੇ ਹਿਰਦੇ ਵਿੱਚੋਂ ਜੋਦੜੀ ਤਾਂ ਹੀ ਨਿਕਲਦੀ ਹੈ, ਅਸਲੋਂ ਤਾਂ ਹੀ ਨਿਕਲਦੀ ਹੈ। ਅਰਦਾਸ ਤਾਂ ਹੀ ਕਰ ਸਕਦੇ ਹਾਂ, ਮੰਗ ਵਾਹਿਗੁਰੂ ਜੀ ਦੇ ਕੋਲੋਂ ਅਸੀਂ ਤਾਂ ਹੀ ਸਕਦੇ, ਨਾਮ ਦੀ ਦਾਤ ਮੰਗ ਸਕਦੇ ਹਾਂ ਜਦੋਂ ਇਹ ਸਾਨੂੰ ਅਹਿਸਾਸ ਹੋ ਜਾਏ ਮੇਰੇ ਵਿੱਚ ਗੁਨਾਹ ਹਨ। ਗੁਰਮਤਿ ਸਾਨੂੰ ਇਹੀ ਸਿਖਾਉਂਦੀ ਹੈ ਸਤ ਸੰਗਤ, ਮਨ ਨੀਵਾਂ ਮਤ ਉੱਚੀ। ਮਨ ਨੀਵਾਂ ਤਾਂ ਹੋਵੇਗਾ ਜਦੋਂ ਅਸੀਂ ਆਪਣੇ ਔਗਣਾਂ ਨੂੰ ਵੇਖਾਂਗੇ, ਦੂਸਰਿਆਂ ਦੇ ਗੁਣਾਂ ਨੂੰ ਵੇਖਾਂਗੇ। ਉਦੋਂ ਮਨ ਭਾਰਾ ਹੋ ਜਾਏਗਾ, ਹੰਕਾਰੀ ਹੋ ਜਾਏਗਾ, ਜਦੋਂ ਅਸੀਂ ਆਪਣੇ ਗੁਣ ਦੇਖਾਂਗੇ, ਦੂਸਰਿਆਂ ਦੇ ਔਗਣਾਂ ਨੂੰ ਗਿਣਾਂਗੇ, ਹੈ ਨਾ ਜੀ। ਜਦੋਂ ਅਸੀਂ ਦੂਸਰਿਆਂ ਦੇ ਔਗਣਾਂ ਨੂੰ ਵੇਖਦੇ ਹਾਂ, ਉਹਨਾਂ ਦੇ ਔਗਣਾਂ ਨੂੰ ਗਿਣਦੇ ਹਾਂ, ਤੇ ਕਹਿੰਦੇ ਮੈਂ ਚੰਗਾ ਹਾਂ, ਮੈਂ ਵਧੀਆ, ਤੇਰੇ ਨਾਲੋਂ ਮੈਂ ਚੰਗਾ, ਮੈਂ ਸੰਗਤ ਕਰਦਾ, ਹੰਕਾਰ ਆ ਜਾਏਗਾ। ਪਰ ਜਦੋਂ ਅਸੀਂ ਇਹ ਕਹਿ ਉਠਾਂਗੇ ਮੈਂ ਪਾਪੀ ਹਾਂ, ਮੈਂ ਪਖੰਡੀ ਹਾਂ, ਮੇਰੇ ਵਿੱਚ ਲੋਭ ਲਾਲਚ ਕਾਮ ਕ੍ਰੋਧ ਹੈ, ਵਿਸ਼ੇ ਵਿਕਾਰ ਭਰੇ ਨੇ, ਤੇ ਜ਼ਾਹਿਰ ਹੈ ਫਿਰ ਮਨ ਨੀਵਾਂ ਹੋ ਜਾਏਗਾ। ਜਿਵੇਂ ਬਾਬਾ ਫਰੀਦ ਸਾਹਿਬ ਜੀ ਇਹ ਬਚਨ ਕਰਦੇ ਨੇ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਰਾਂ, ਲੋਕ ਕਹਿਣ ਦਰਵੇਸ਼। ਲੋਕੀ ਦਰਵੇਸ਼ ਕਹਿੰਦੇ ਨੇ, ਪਰ ਆਪਣੇ ਆਪ ਨੂੰ ਉਹ ਗੁਨਾਹਗਾਰ ਵੇਖਦੇ ਹਨ ਕਿ ਮੈਂ ਤੇ ਕਾਲੇ ਕੱਪੜਿਆਂ ਦੇ ਵਾਂਗ ਅੰਦਰੋਂ ਵੀ ਕਾਲਖ ਨਾਲ ਭਰਿਆ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਆਪ ਦੀਨ ਦੁਨੀ ਦੇ ਮਾਲਕ, ਗੁਰਤਾ ਤੇ ਉੱਤੇ ਬਿਰਾਜਮਾਨ, ਗੁਰੂ ਨਾਨਕ ਦੀ ਇਲਾਹੀ ਜੋਤ, ਬਾਣੀ ਦੇ ਵੋਹਿਤ ਹਨ, ਸੇਵਾ ਦੇ ਪੁੰਜ ਹਨ, ਪਰ ਨਿਰਮਾਣਤਾ ਸਾਡੇ ਵਾਸਤੇ ਪੂਰਨੇ ਪਾਉਂਦੇ ਨੇ। ਇੱਕ ਸੋਹਣੇ ਸੁਚੱਜੇ ਸੁਚਾਰੂ ਸਿਆਣੇ ਅਧਿਆਪਕ ਦੇ ਵਾਂਗ ਪੂਰਨੇ ਪਾ ਰਹੇ ਨੇ ਸਾਡੇ ਵਾਸਤੇ। ਕਹਿੰਦੇ ਹਮ ਪਾਪੀ ਪਾਥਰ ਨੀਰ ਡੁੱਬਤ। ਪਾਥਰ, ਪੱਥਰ ਵਰਗੇ ਹਾਂ ਅਸੀਂ। ਜਿਵੇਂ ਪੱਥਰ ਦੀ ਜਿਹੜੀ ਫਿਤਰਤ ਹੁੰਦੀ ਹੈ, ਸੁਭਾਅ ਹੈ ਉਹਦਾ, ਕੁਦਰਤਨ ਉਹ ਭਾਰਾ ਹੁੰਦਾ ਤੇ ਪਾਣੀ ਦੇ ਵਿੱਚ ਸੁੱਟਦਿਆਂ ਸਾਰੇ ਉਹ ਡੁੱਬ ਜਾਏਗਾ। ਫਿਤਰਤ ਹੈ ਉਹਦੀ, ਉਹ ਪਾਣੀ 'ਚ ਸੁੱਟਦਿਆਂ ਸਾਰ ਡੁੱਬ ਜਾਏਗਾ। ਅਸੀਂ ਵੀ ਫਿਤਰਤ ਐਸੇ ਹੀ ਹਾਂ ਕਿ ਸਾਡਾ ਸੁਭਾਅ ਪਾਪ ਪੈਦਾ ਕਰਦਾ ਹੈ, ਗੁਨਾਹ ਪੈਦਾ ਕਰਦੇ ਨੇ। ਕਹਿੰਦੇ ਇੱਕ ਵਾਰ ਕਿਸੇ ਅਦੀਬ ਪੰਜਾਬੀ ਦੇ ਨਾਵਲਿਸਟ ਜਸਵੰਤ ਸਿੰਘ ਕੰਵਲ ਜੀ ਨੂੰ ਪੁੱਛਿਆ ਕਿਸੇ ਨੇ ਕਿ ਕਹਿੰਦੇ ਤੁਸਾਂ ਨੇ ਇੰਨੇ ਸਾਰੇ ਸਮਾਜ ਸੁਧਾਰ ਦੇ ਨਾਵਲ ਲਿਖੇ, ਸਮਾਜ ਤੇ ਸੁਧਰਿਆ ਕੋਈ ਨਹੀਂ, ਸਮਾਜ ਤੇ ਫਿਰ ਉਦਾਂ ਦਾ ਹੀ ਉਦਾਂ ਦਾ। ਉਹ ਜਿਹਨੂੰ ਪੁੱਛਣ ਵਾਲੇ ਨੂੰ ਕਿਹਾ, ਬੀਬੀ ਸੀ ਕੋਈ, ਕਹਿੰਦੇ ਤੁਹਾਡੇ ਘਰ ਵਿੱਚ 10 ਬੀਬਾ ਸਫਾਈ ਕੌਣ ਕਰਦਾ? ਕਹਿੰਦੀ ਮੈਂ ਕਰਦੀ ਹਾਂ। ਤੇਰੇ ਤੋਂ ਪਹਿਲਾਂ? ਕਹਿੰਦੀ ਮੇਰੀ ਸੱਸ ਕਰਦੀ ਸੀ, ਉਹਦੀ ਸੱਸ ਕਰਦੀ ਸੀ, ਉਹਦੀ ਸੱਸ। ਕਹਿੰਦੇ ਤੁਸੀਂ, ਤੇਰੀ ਸੱਸ ਸਾਰਿਆਂ ਨੇ ਸਫਾਈ ਕੀਤੀ, ਤੈਨੂੰ ਵੀ ਸਾਰੀ ਜ਼ਿੰਦਗੀ ਘਰ ਦੀ ਸਫਾਈ ਕਰਦਿਆਂ, ਰੋਜ਼ ਸਫਾਈ ਕਰਦਿਆਂ ਲੰਘੇ, ਤੁਹਾਡਾ ਘਰ ਸਾਫ਼ ਹੋ ਗਿਆ? ਕਹਿੰਦੀ ਨਹੀਂ, ਉਹ ਤੇ ਰੋਜ਼ ਹੀ ਸਾਫ਼ ਕਰਨਾ। ਕਹਿੰਦਾ ਕਿਉਂਕਿ ਰੋਜ਼ ਹੀ ਗੰਦਾ ਹੁੰਦਾ। ਬਸ ਸਾਡਾ ਸਰੀਰ, ਜਿਵੇਂ ਸਾਡਾ ਸਰੀਰ ਰੋਜ਼ ਗੰਦਾ ਹੁੰਦਾ, ਬਸਤਰ ਰੋਜ਼ ਗੰਦੇ ਹੁੰਦੇ ਨੇ, ਆਲਾ ਦੁਆਲਾ ਰੋਜ਼ ਗੰਦਾ ਹੁੰਦਾ ਹੈ, ਰੋਜ਼ ਸਾਫ਼ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਹੀ ਸਾਡੀ ਮੱਤ ਵੀ ਹੈ, ਇਹ ਵੀ ਰੋਜ਼ ਗੰਦੀ ਹੁੰਦੀ ਏ। ਰੋਜ਼ ਪਾਪਾਂ ਦੇ ਵਿਕਾਰਾਂ ਦੀ ਭੋ ਪਤਾ ਨਹੀਂ ਕਿੱਥੋਂ ਲੱਗ ਜਾਂਦੀ, ਪਤਾ ਨਹੀਂ ਮੈਲ ਕਿੱਥੋਂ ਲੱਗ ਜਾਂਦੀ। ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਪੱਥਰਾਂ ਵਰਗੇ ਅਸੀਂ, ਪੱਥਰਾਂ ਵਰਗੇ ਘਰ ਘੁੰਮਣ ਵਾਣੀ ਭਾਈ। ਹਜ਼ੂਰ ਕਹਿੰਦੇ ਪਾਪ ਪੱਥਰ ਤਰਨ ਨਾ ਜਾਈ। ਜੇ ਅਸੀਂ ਪਾਣੀ ਵਿੱਚ ਤਰਨਾ ਹੋਵੇ ਤੇ ਸਾਡੇ ਸਰੀਰ ਤੇ ਘੱਟ ਤੋਂ ਘੱਟ ਭਾਰ ਹੋਣਾ ਚਾਹੀਦਾ, ਸਰੀਰ ਦਾ ਵੀ ਭਾਰ ਘੱਟ ਹੋਣਾ ਚਾਹੀਦਾ। ਤੇ ਜੇ ਅਸੀਂ ਪਾਣੀ ਤਰਨਾ ਤੇ ਆਪ ਨੂੰ ਵੀ ਨਹੀਂ ਆਉਂਦਾ, ਉਲਟਾ ਸਿਰ ਉੱਤੇ ਹੋਰ ਜ਼ਿਆਦਾ ਭਾਰ ਚੱਕ ਲਏ, ਤਰ ਸਕਾਂਗੇ? ਨਹੀਂ, ਡੁੱਬ ਜਾਵਾਂਗੇ। ਬਸ ਇਸੇ ਤਰ੍ਹਾਂ ਇਸ ਸੰਸਾਰ ਤੋਂ ਤਾਂ ਆਪ ਹੀ
शुभ कर्म करदियां तरना, परलोक नूं सुधारना बहुत मुश्किल है, कठिन है, ते उल्टा होर गुनाहां दे पापां दे भार लद्दी जाइए। असीं ते पहले भार नूं उतारना है, पहला भार उतारन दी बजाए होर ज़्यादा होर अगे लद्दी जाइए, रोज रोज लद्दी जाइए, तां असीं इस संसार तो पार नहीं हो सकांगे। किवें? हजूर कहंदे घर घुम्मण वाणी भाई, पाप पत्थर तरन न जाई, भौ बेड़ा जियो चढ़ाऊ। की कर? परमात्मा दे सत्कार, अदब, डर, उहदे डर वाले अदब वाले बेड़े उत्ते चढ़ जा, नाम वाले बेड़े ते चढ़ जा। बेड़े ते सवार होके पत्थर पार हो सकदा है, अपने आप पत्थर दी बेड़ी जे चढ़ा पर नाल बुड़ावे। पत्थरां दी बेड़ी ते सवार हो जाएंगे ते डुब जावांगे, पापां दे उत्ते सवार हो जावांगे ते डुब जावांगे। भौ बेड़ा जियो चढ़ाऊ, कहो नानक देवै काहू, हर दया प्रभ धारो। ये वार वार बचन आया गुरबाणी च, बेअंत वार उदाहरण दी पत्थर दी। हजूर कहंदे हर दया प्रभ धारो, पाखण हम तारो, कड लेवो शब्द सुभाए जियो। मोह कीचड़ फाथे निगृत हम जाते, हर बां प्रभ पकड़ाए जियो। हर धारो कृपा कर, कृपा लिहो उबारे राम। हम पापी निर्गुण दीन तुम्हारे राम। हम पापी निर्गुण दीन तुम्हारे, हर दयाल सुरनाया। तू दुख भंजन सर्ब सुख दाता, हम पाथर तरे तराया। ते ਇਹ ਸ਼ਬਦ ਤੇ ਅਸੀਂ ਬੜਾ ਪਿਆਰ ਨਾਲ ਜਪਦੇ ਹੁੰਦੇ ਆ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਗਾਵਤ ਉਦਰੇ ਸੁਣਤੇ ਉਦਰੇ, ਬਿਨਸੇ ਪਾਪ ਕਨੇਰੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪੱਥਰ। ਅਸੀਂ ਪਸ਼ੂਆਂ ਵਰਗੀ ਮੱਤ ਵਾਲੇ, ਮੁਗਧਾਂ ਮੂਰਖਾਂ ਵਰਗੀ ਮੱਤ ਵਾਲੇ। ਕਿਸੇ ਨੂੰ ਪਸ਼ੂ ਕਹਿ ਦਈਏ ਗੁੱਸਾ ਕਰਦਾ ਹੈ, ਪਰ ਇਹ ਪਤਾ ਨਹੀਂ ਕਿੰਨੇ ਕੁ ਪਸ਼ੂ ਸਾਡੇ ਅੰਦਰ ਬੈਠੇ ਨੇ, ਪਤਾ ਨਹੀਂ ਕਿੰਨਾ ਕੁ ਪਾਪਾਂ ਦੇ ਪੱਥਰਾਂ ਦਾ ਭਾਰ ਸਾਡੇ ਸਿਰ ਦੇ ਉੱਤੇ, ਮਤ ਬੁੱਧ ਦੇ ਉੱਤੇ ਲੱਦਿਆ ਹੋਇਆ। ਤੋ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਹੀ ਜ਼ਰੀਆ ਹੈ। ਜਿਵੇਂ ਜਿਉਂ ਮੰਦਰ ਕੋ ਥੰਮੈ ਥੰਮਨ, ਇਹ ਮੰਦਰ ਛੱਤ ਨੂੰ ਥੰਮਿਆ ਹੋਇਆ ਨਾ, ਥੰਮੀਆਂ ਨੇ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਜਿਉਂ ਪਾਖਾਨ, ਜਿਵੇਂ ਪੱਥਰ ਨਾਵ ਬੇੜੀ ਉੱਤੇ, ਜਿਉਂ ਪਾਖਾਨ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਗੁਰੂ ਚਰਨਾਂ ਨਾਲ, ਗੁਰ ਸ਼ਬਦ ਨਾਲ ਜੁੜ ਜਾ, ਤਰ ਜਾਏਗਾ। बीज मंत्र सर्व को ज्ञान, चौ वर्णा में जपै को नाम। जो जो जपै तिसकी गत होए, साध संग पावै जन कोय। कर कृपा अंतर उर धारै, पशु प्रेत मुगध पाथर को तारै। मुगधा पत्थरां नूं तारन वाला। ये बाणी ऐसी है, सत संगत परमात्मा का नाम ऐसा है, कहण मात्र गल्लां नहीं। ये कोई अत कथनी नहीं है जो गुरु साहिबान जी ने व्याख्यान की। वाकई ही पता नहीं इतिहास दे अंदर, सारे धर्मां दे अंदर, जातां वर्णां दे अंदर किन्नियां गुनाहियां नूं, पापियां नूं वाहिगुरू जी ने अपने नाम दी बख्शिश दे नाल तार दिता, पार उतारा करता। धन गुरु रामदास महाराज कहंदे, हे वाहिगुरू जी, हम पापी पाथर नीर डुबत कर कृपा पाखण हम तारी। सानू पत्थरां वर्गे सुभाव वालियां नूं इस संसार तो तार लो। रहाऊ जन्म जन्म के लागे बिख मोरचा, लग संगत साध सुवारी। जन्म जन्म के, एक जन्म दे नहीं, दो जन्म दे नहीं, पता नहीं किन्ने क जन्मां दे, पता नहीं किन्ने क जन्म। सानू ते इस जन्म दा पता है ना जी, ਜਿਹੜਾ ਗੁਰੂ ਚਰਨਾਂ ਨਾਲ ਜੁੜ ਗਿਆ ਉਹਨੂੰ ਪਤਾ ਲੱਗ ਜਾਂਦਾ ਹੈ ਮੈਨੂੰ ਇਸ ਜਨਮ ਵਿੱਚ ਪਾਪ ਚਿੰਬੜ ਰਹੇ ਨੇ, ਮੈਂ ਗੁਨਾਹ ਕਰ ਰਿਹਾ। ਪਰ ਕਈ ਐਸੇ ਵੀ ਨੇ ਗੁਰੂ ਸਵਾਰੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਗੁਨਾਹ ਕਰ ਰਹੇ ਨੇ, ਪਾਪ ਕਰ ਰਹੇ ਨੇ। ਕਈ ਜਾਣੇ ਵਿੱਚ ਕਰ ਰਹੇ ਨੇ, ਅਣਜਾਣੇ ਵਿੱਚ ਕਰ ਰਹੇ ਆ। ਹਜ਼ੂਰ ਮਹਾਰਾਜ ਕਹਿੰਦੇ ਇੱਕ ਦੇ ਜਨਮ ਦੇ ਨਹੀਂ, ਜਨਮ ਜਨਮ ਕੇ ਲਾਗੇ ਬਿਖ ਮੋਰਚਾ। ਮੋਰਚਾ ਕਹਿੰਦੇ ਨੇ ਜੰਗਾਲ ਨੂੰ। ਜਿਵੇਂ ਕਿੰਨੇ ਸਾਲਾਂ ਦਾ ਦੱਬਿਆ ਹੋਇਆ ਲੋਹਾ, ਉਹਨੂੰ ਜੰਗਾਲ ਲੱਗਦਾ ਜਾਂਦਾ ਹੈ, ਲੱਗਦਾ ਜਾਂਦਾ ਹੈ, ਲੱਗਦਾ ਜਾਂਦਾ, ਗਲ ਜਾਂਦਾ, ਸੜ ਜਾਂਦਾ। ਕਹਿੰਦੇ ਸਾਨੂੰ ਵੀ ਵਿਸ਼ੇ ਵਿਕਾਰਾਂ ਦਾ ਬਿਖ ਮੋਰਚਾ,
विषय विकारां दा मोर्चा लग्या, जंगाल लग्या होया है। जन्म जन्म की इस मन को मल लागी, मल लगी है। कई बार अज करदी सत संगत असीं जिहड़े सुरती बिरती वाले हाँ रोज इशनान पान करदे, दिहाड़ी च 2 बारी भी अजकल कर लईदा, साफ हुंदे। कई तुसीं सड़क उत्ते चलदे इदां दे भी देखोगे ਜਿਹੜੇ बहुत ज़्यादा मैले पलीत होए हुंदे है। 1 दिन दी, 2 दिन दी, 4, 5, 7 दिन दी, सालां दी मैत लगी है। इदां दा समा आ जांदा है, उन्हां नूं अपने आप तो गलियाण आउणी, अपने आप तो बदबू आउणी बंद हो जाती है। अपने आप नूं मैला नहीं समझदे, भुल ही जांदा कि असीं मैले आ। बस इदां दे कुछ साडी आत्मा नाल भी होर निबड़दा है। ਉਹ ਜਿਹੜੇ गुरसिख गुरमुख प्यारे सतर्क ने, सावधान ने, जिग्यासू रूप, वो तो रोज नाम जपते है कि बचे रहिए। पर कई ऐसिया रूहां भी हैगियां ने जिहड़े नाम जपते ही नहीं। 1 जन्म, 2 जन्म, 3 जन्म, बहुत मैल लग गई तो भुल ही गए कि सानू मैल लगी है, सानू अपने गलियाण ही नहीं आउंदी उन्हां नूं अपने आप। जिंदगी की तरबीयत ही ऐसी बन गई। जन्म जन्म की इस मन को मल लग गई, काला हुआ शाह, इन्नी मैल, काला शाह हो गया, इन्ना क काला हो गया। महाराज कहते एक तशबीह दी, कहते खनली धोती उजली ना होवई जे 100 धोवन पा। खनली तेली ने कोलू लागे एक कपड़ा रखा हुंदा, उहदी कोलू दे विचों निकलदी होई बार बार चलदा है उहदी मैल ते उहदी थंधियाई साफ करन वास्ते। वो कपड़ा कोलू दी विचों निकलदी थंधे वाली मैल नूं साफ साफ करके इन्ना मैला हो गया, इन्ना गंदा हो गया कि हुण 100 वारी भी धो लईए ते उहदे चों मैल नहीं जांदी। गुरु बाबा नानक देव साहब ने की समझाया सज्जण नूं? सज्जणा भुल ही गया कि तैनूं मैल लगी है। सज्जणा उज्जल कहहां चिलकना घोटिम कालड़ी मस, धोतियां जूठना उतरै जे 100 धोवां। ते इह ते कहे वर्गा 100 वारी भी धो लईए फिर मैल निकलदी है। रगड़िया मन भी इदां दा ही है, इहदे विचों भी मैल गंदगी पाप बुराइयां निकलदियां ही आउंदियां। महाराज कहंदे गुरु रामदास साहब जन्म जन्म के लागे बिख मोरचा लग संगत साध सवारे। मेरे मालक फिर संगत मंगदे ने, तेरी संगत दे विच बैठ के ये मेरी मैल लैंदी जावे। ज्यों कंचन बैसंतर तायु मल काटी कटित उतारी। एक होर दृष्टांत दिता। पहला मोर्चा किया कि ये मोर्चे वांग सानू जंगाल लगा है विषय विकारां दा। हुण कहंदे किदां? ज्यों कंचन बैसंतर तायो। कंचन सोना, जिवें कंचन नूं बैसंतर अग दे विच ताईए, गर्म करिए, ता देईए। जिवें सोने नूं सोना विच मैल लग जांदी, असीं सोने दे गहणे पाउंदे आ, साडे शरीर दी मैल जिहड़ी है वो सोने नूं भी लग जांदी है। ते सुनियारे कोल लैके जाइए, भाई ये सोना गंदा हो गया है, मैला हो गया है, इहदी चमक इहदे विच हुण चमक नहीं रही, ते की करेगा? सुनियारा अपनी कुठाली दे विच उह सोने नूं पा के बैसंत अग दे नाल ता देवेगा। जिवें जिवें उस नूं ता देगा, गर्म करेगा, उहदे विच बड़ी हुई मैल निकल जाएगी, खत्म हो जाएगी। ते फिर उसे तरह शुद्ध सोना वो कुठाली विचों कढ़ के गहना बना के, चमकणवा होया गहना बना के सानू दे देगा। महाराज कहंदे 12 कंचन शुद्ध कराया, 12 वारी ता दे के गर्म कर करके शुद्ध किया। इन्ना वार वार नाम दी बाणी दी पा दे दे के साडे आत्मे नूं शुद्ध कर दिता। 12 कंचन शुद्ध कराया, नदर सराफ वन्नी सचड़ाया। फिर परख खजाने, परख के परमात्मा ने खजाने च पा लिया। बहर ना ही ताई जाए, ते दोबारा फिर ता देण दी लोड़ नहीं पई, दुखां तकलीफ झल्लण दी उन्हां दी लोड़ ना पई। हजूर महाराज सच्चे पातशाह जी कहंदे, भाई साहब भाई गुरदास जी भी कहंदे, ज्यों कहंदे कंचन अशुद्ध कुठाली ठहरात नहीं, शुद्ध होए नेचल शब के शकत है। अशुद्ध सोना मैल नाल भरिया जदों कुठाली च पाउने आ ते कहंदे डोलदा रहिंदा है, भटकदा रहिंदा है, टिकदा नहीं है। जिवें जिवें शुद्ध होई जांदा है
ਉਹਦੇ 'ਚ ਠਹਿਰਾ, ਉਹਦੇ 'ਚ ਟਿਕਾ ਆਉਂਦਾ ਜਾਂਦਾ। ਸਾਡੇ ਵਿੱਚ ਗੁਨਾਹ ਪਾਪ ਵਿਕਾਰ ਨੇ, ਉਹਨਾਂ ਚਿਰ ਸਾਡੇ 'ਚ ਭਟਕਣਾ ਹੈ, ਟਿਕਾ ਨਹੀਂ ਹੈ, ਆਤਮਿਕ ਤੌਰ ਤੇ ਟਿਕਾ ਨਹੀਂ। ਜਦੋਂ ਸ਼ੁੱਧ ਹੋ ਜਾਂਦੇ ਆ ਫਿਰ ਟਿਕ ਜਾਂਦੇ ਆ, ਗੁਰੂ ਦੇ ਚਰਨਾਂ 'ਚ ਟਿਕ ਜਾਂਦੇ ਆ, ਨਾਮ ਬਾਣੀ 'ਚ ਟਿਕ ਜਾਂਦੇ ਆ। ਤਾਂ ਮਹਾਰਾਜ ਕਹਿੰਦੇ ਜਿਉ ਕੰਚਨ ਬੈ ਸੰਤਰ ਤਾਇਓ ਮਲ ਕਾਟੀ ਕਟਿਤ ਉਤਾਰੀ। ਸਾਡੀ ਮੈਲ ਨੂੰ, ਪਾਪਾਂ ਵਿਕਾਰਾਂ ਦੀ ਮੈਲ ਨੂੰ ਉਹ ਸੋਨੇ ਦੇ ਵਾਂਗ ਸ਼ੁੱਧ ਕਰਕੇ ਕੱਟ ਦਿੱਤਾ ਹੈ। ਹਰ ਹਰ ਜਪਨ ਜਪਾਓ ਦਿਨ ਰਾਤੀ, ਜਪ ਹਰ ਹਰ ਹਰਿ ਉਰ ਧਾਰੀ। ਹਰ ਹਰ ਜਪਨ ਜਪਾਓ ਦਿਨ ਰਾਤੀ। ਫਿਰ ਮੰਗਦੇ ਨੇ ਦਾਤ। ਆਰੰਭ 'ਚ ਬੇਨਤੀ ਕੀਤੀ ਨਾ, ਉੱਤਮ ਪੁਰਖ ਦੀ ਕਿਰਿਆ, ਹਰੀ ਹਰੀ ਦਾ ਨਾਮ ਜਪਦਾ ਰਵਾਂ। ਪਰਮਾਤਮਾ ਵਾਹਿਗੁਰੂ ਕਿਰਪਾ ਕਰ, ਹਰ ਹਰ ਜਪਨ ਜਪੋ ਦਿਨ ਰਾਤੀ, ਜਪ ਹਰ 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 ਔਰ ਧਾਰੀ। ਵਾਰ 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 ਜਪਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਪਹਿਲੀ ਬਾਣੀ ਦਾ ਨਾਂ ਹੀ ਜਪ ਹੈ, ਜਪਣਾ, ਵਾਰ ਵਾਰ ਜਪਣਾ, ਵਾਰ ਵਾਰ ਧਿਆਉਣਾ, ਉੱਠਦਿਆਂ ਬੈਠਦਿਆਂ ਜਪਣਾ। ਉਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕ੍ਰਿਤ ਕਰੀਐ। ਸਾਸ ਸਾਸ ਸਿਮਰੋ ਗੋਬਿੰਦ। ਹਰ ਸਵਾਸ ਦੇ ਨਾਲ, ਹਰ ਆਉਂਦੇ ਜਾਂਦੇ ਸਾਹ ਦੇ ਨਾਲ, ਵਾਰ ਵਾਰ ਸਵੇਰ ਨੂੰ ਸ਼ਾਮ ਨੂੰ ਕੰਮ ਕਾਰ ਕਰਦਿਆਂ ਐਦਾਂ ਦੀ ਅਵਸਥਾ ਹੋ ਜਾਏ, ਸੁੱਤਿਆਂ ਪਿਆਂ ਵੀ ਵਾਹਿਗੁਰੂ ਜੀ ਦਾ ਨਾਮ ਚੇਤੇ ਆਵੇ, ਵਾਰ ਵਾਰ ਉਸ ਨੂੰ ਜਪਦੇ ਰਹੀਏ। ਔਰ ਧਾਰੀ। ਇਸ ਤਰ੍ਹਾਂ ਕਰਨ ਦੇ ਨਾਲ ਇਹ ਨਾਮ ਜਿਹੜਾ ਹੈ ਸਾਡੇ ਔਰ ਹਿਰਦੇ ਦੇ ਵਿੱਚ ਧਾਰਨ ਹੋ ਜਾਂਦਾ ਹੈ, ਟਿਕ ਜਾਂਦਾ ਹੈ ਜੀ। ਹਰ 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 ਔਖਦ ਜਗ ਪੂਰਾ, ਜਪ ਹਰ ਹਰ ਹਉ ਮੈਂ ਮਾਰੀ। ਹਰ 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 ਔਖਦ ਜਗ ਪੂਰਾ। ਔਖਦ ਕਹਿੰਦੇ ਔਸ਼ਧੀ। ਹਿੰਦੀ ਦਾ ਜਿਹੜਾ ਸ਼ਬਦ ਹੈ ਔਸ਼ਧੀ, ਉਹ ਤੋਂ ਪੰਜਾਬੀ ਰੂਪ ਔਖਦ ਬਣਿਆ, ਜਿਸ ਦਾ ਭਾਵ ਹੁੰਦਾ ਹੈ ਦਵਾਈ, ਨੁਸਖਾ, ਮੈਡੀਸਨ। ਪਰਮਾਤਮਾ ਦਾ ਨਾਮ ਇੱਕ ਐਸਾ ਔਖਦ ਹੈ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਇਹ ਐਸੀ ਦਵਾਈ ਹੈ, ਇੱਕ ਵਾਸਤੇ ਨਹੀਂ, ਦੋ ਵਾਸਤੇ ਨਹੀਂ, ਤਿੰਨ ਵਾਸਤੇ ਨਹੀਂ, ਇਹ ਸਾਰੇ ਜਗਤ ਦੇ ਸਾਰੇ ਹੀ ਜੀਵਾਂ ਦੇ ਵਾਸਤੇ ਐਸੀ ਦਵਾਈ ਜਿਹੜੀ ਤਾਰ ਦੇਣ ਵਾਲੀ, ਉਹਨਾਂ ਦੇ ਰੋਗਾਂ ਨੂੰ, ਕਿਵੇਂ ਦੇ ਵੀ ਰੋਗ ਹੋਣ, ਆਦ ਵਿਆਦ ਉਪਾਦ ਰਸ ਕਬੂ ਨਾ ਟੁੱਟੈ ਤਾਪ। ਚਾਹੇ ਸਰੀਰ ਦੇ ਰੋਗ ਹੋਣ, ਮਨ ਦੇ ਰੋਗ ਹੋਣ, ਗ੍ਰਹਿ ਕਲੇਸ਼ ਦੇ ਰੋਗ ਹੋਣ, ਕਿਵੇਂ ਦੇ ਵੀ ਰੋਗ ਹੋਣ, ਉਹ ਸਾਰਿਆਂ ਰੋਗਾਂ ਦੀ ਦਵਾਈ ਨਾਮ ਹੈ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਗੁਰ ਪ੍ਰਸਾਦ ਕਹਿ ਜਨ ਭੀਖਨ, ਪਾਵੋ ਮੋਖ ਦੁਆਰਾ। ਇਹ परमात्मा का नाम औषधि है, ऐसी दवाई है। सर्व रोग का औषध नाम, सारे रोगों की औषधि दवाई नाम है, सिमरन है। डॉक्टरी दवाई भी है, पर वो दवाई तां असर करदी जे नाल दुआ होवे, परमात्मा की कृपा होवे। सच्चे पातशाह धन गुरु रामदास महाराज कहते ये सारिਆਂ ਦੇ वास्ते ऐसी दवाई है, नुस्खा है। हर 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 औखद जग पूरा, जप हर हर हौमै मारी। ਸਰੀਰ ਦੇ ਰੋਗ ਦੂਰ ਕਰਨ ਵਾਸਤੇ ਡਾਕਟਰ ਤੋਂ ਦਵਾਈ ਲੈ ਲਵਾਂਗੇ, ਰੱਬ ਦੀ ਕਿਰਪਾ ਨਾਲ ਕਾਟ ਕਰ ਜਾਏਗੀ। ਪਰ ਇੱਕ ਰੋਗ ਐਸਾ ਹੈ ਜਿਹੜਾ ਜਨਮਾਂ ਜਨਮਾਂ ਤੋਂ ਲੱਗਾ, ਹਉਮੈ ਦਾ ਰੋਗ। ਸਰੀਰ ਦਾ ਰੋਗ ਜੇ ਸਰੀਰ ਰਹਿੰਦਿਆਂ ਖਤਮ ਨਾ ਹੋਏਗਾ, ਜਿਉਂਦਿਆਂ ਜੀ ਤੇ ਕਮ ਸੇ ਕਮ ਸਰੀਰ ਜਾਏਗਾ ਤੇ ਰੋਗ ਨਾਲ ਹੀ ਖਤਮ ਹੋ ਜਾਣਾ। ਸਰੀਰ ਖਤਮ ਹੋਇਆ ਨਾਲ ਹੀ ਰੋਗ ਖਤਮ ਹੋ ਜਾਏਗਾ। ਹਉਮੈ ਦਾ ਰੋਗ ਐਸਾ ਹੈ ਜਿਹੜਾ ਜਨਮਾਂ ਜਨਮਾਂਤਰਾਂ ਤੱਕ ਉਹ ਸਾਡਾ ਪਿੱਛਾ ਨਹੀਂ ਛੱਡਦਾ। ਮਹਾਰਾਜ ਕਹਿੰਦੇ ਪੰਚਮ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ, ਹਜ਼ੂਰ ਜੀ ਕਹਿੰਦੇ ਇਹ ਰੋਗ ਐਸਾ ਹੈ, ਅਨੇਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਹਰੀ ਨਾਮ ਦੀ ਔਸ਼ਧੀ ਲਾ। ਇਹ ਹਉਮੈ ਵਾਲਾ ਰੋਗ ਜਿਹੜਾ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਸਾ ਜੀ ਦੀ ਵਾਰ ਜਿਹੜੀ ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ ਫਿਰ ਜੋਨੀ ਪਾਏ, ਹਉਮੈ ਕਿੱਥੋਂ ਉਪਜੈ ਕਿਤ ਸੰਜਮ में जाए, हौमै धीरग लंबा रोग है, हौमै धीरग रोग है। दारू भी इस माए कृपा करे जे अपनी, वाहिगुरु जी की कृपा होवे तां गुर का शब्द कमाए।
ਗੁਰੂ ਦਾ ਸ਼ਬਦ ਕਮਾਇਆ ਇਹ ਰੋਗ ਚਲਿਆ ਜਾਂਦਾ ਹੈ। ਹਰ ਹਰ ਹਉਮੈ ਮਾਰੀ, ਹਰੀ ਨਾਮ ਦੀ ਦਵਾਈ ਨੇ ਮੇਰੀ ਮੈਂ ਮੇਰੀ ਦੀ ਭਾਵਨਾ, ਆਈ ਐਮਨੈਸ, ਈਗੋ, ਇਹ ਜਿਹੜੀ ਭਾਵਨਾ ਹੈ ਕਿ ਮੈਂ ਆ ਮੇਰਾ ਹੈ, ਇਹ ਭਾਵਨਾ ਨੂੰ ਖਤਮ ਕਰ ਦਿੱਤਾ। ਹਰ ਹਰ ਅਗਮ ਅਗਾਧ ਬੋਧ, ਅਪਰੰਪਰ ਪੁਰਖ ਅਪਾਰੀ। ਬੇਨਤੀ ਜੋਦੜੀ ਕਰਦੇ ਨੇ, ਹੇ ਮਾਲਕ ਵਾਹਿਗੁਰੂ ਪ੍ਰਮਾਤਮਾ, ਹਰ ਹਰ ਅਗਮ ਅਗਾਧ ਬੋਧ, ਪ੍ਰਮਾਤਮਾ ਜੀ ਤੂੰ ਗਮਤਾ ਤੋਂ ਪਰੇ ਹੈ, ਇੰਦਰੀਆਂ ਦੀ ਪਹੁੰਚ ਤੋਂ, ਅੱਖਾਂ ਤੋਂ, ਜ਼ੁਬਾਨ ਤੋਂ, ਹੱਥਾਂ ਤੋਂ, ਪੈਰਾਂ ਤੋਂ, ਸਰੀਰ ਦੇ ਨਾਲ, ਜੇ ਮਤ ਬੁੱਧ ਦੇ ਨਾਲ, ਸਿਆਣਪ ਨਾਲ ਤੈਨੂੰ ਪਕੜਿਆ ਨਹੀਂ ਜਾ ਸਕਦਾ, ਕਾਬੂ ਚ ਨਹੀਂ ਕੀਤਾ ਜਾ ਸਕਦਾ, ਪਹੁੰਚਿਆ ਨਹੀਂ ਜਾ ਸਕਦਾ। ਤੂੰ ਅਗਮ ਅਗਾਧ ਹੈ, ਬੜਾ ਪਰੇ ਪਰੇ ਹੈ, ਬਹੁਤ ਪਰੇ ਪਰੇ ਹੈ। ਹਰ ਹਰ ਅਗਮ ਅਗਾਧ ਬੋਧ ਅਪਰੰਪਰ, ਪਾਰਾਵਾਰ ਰਹਿਤ ਹੈ, ਪਤਾ ਨਹੀਂ ਹੈ ਤੇਰਾ ਉਰਾਰ ਤੇ ਪਾਰ ਕਿੱਥੇ ਕ ਹੈ। ਸਮੁੰਦਰ ਦੀ ਡੂੰਘਾਈ ਮਾਪਣੀ ਬੜੀ ਕਠਿਨ ਹੈ। ਇਹ ਆਕਾਸ਼ ਦਿਸਦਾ ਹੋਇਆ ਜੋ ਆਕਾਸ਼ ਹੈ, ਗਗਨ ਹੈ, ਇਹ ਕਿੱਥੇ ਕ ਤੱਕ ਇਹਦੀ ਸੀਮਾ ਹੈ, ਕੋਈ ਨਹੀਂ ਹੈ। ਬਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵੀ ਇਵੇਂ ਹੀ ਹਨ, ਅਪਰੰਪਰ ਪੁਰਖ ਅਪਾਰੀ, ਪਾਰਾਵਾਰ ਰਹਿਤ ਹੋ ਕਰਕੇ ਇਹ ਸਾਰੇ ਬ੍ਰਹਿਮੰਡ ਦੇ ਵਿੱਚ ਸਮਾਏ ਹਨ। ਜਨ ਕੋ ਕਿਰਪਾ ਕਰਹੁ ਜਗ ਜੀਵਨਾ, ਜਨ ਨਾਨਕ ਪੈਜ ਸਵਾਰੀ। ਧੰਨ ਗੁਰੂ ਰਾਮਦਾਸ ਮਹਾਰਾਜ, ਜਨ ਕੋ ਕਿਰਪਾ ਕਰੋ ਜਗ ਜੀਵਨ, ਹੇ ਮਾਲਕ ਮੇਰੇ ਤੇ ਕਿਰਪਾ ਕਰ। ਜਗਤ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਵਾਹਿਗੁਰੂ ਮੇਰੇ ਦੇ ਉੱਤੇ ਕਿਰਪਾ ਕਰ, ਮੈਨੂੰ ਵੀ ਆਪਣੇ ਨਾਮ ਦੇ ਨਾਲ, ਸਿਮਰਨ ਦੇ ਨਾਲ ਜੋੜੀ ਰੱਖ। ਇਹ ਸਿਮਰਨ, ਇਹ ਸਤ ਸੰਗਤ ਜਿਹੜਾ ਸਾਰੇ ਪਾਪਾਂ ਗੁਨਾਹਾਂ ਹਉਮੈ ਨੂੰ ਰੋਗਾਂ ਨੂੰ ਨਾਸ਼ ਕਰ ਦਿੰਦਾ ਹੈ, ਤੇਰੇ ਨਾਮ ਦੇ ਵਿੱਚ ਜੋੜ ਲੈਂਦਾ ਹੈ, ਇਹਦੇ ਨਾਲ ਜੋੜ ਕੇ ਰੱਖ। ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜੀਏ ਜੀ। ਰਾਮ ਕਲੀ ਮਹੱਲਾ ਪੰਜਵਾ, ਤੂੰ ਦਾਨਾ ਤੂੰ ਅਬਚਲ ਤੂੰ ਹੀ, ਤੂੰ ਜਾਤ ਮੇਰੀ ਪਾਤੀ। ਧੰਨ ਧੰਨ ਪੰਚਮ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਮ ਕਲੀ ਰਾਗ ਦੇ ਵਿੱਚ ਲੜੀਵਾਰ ਸ਼ਬਦ ਵਿਚਾਰ ਚੱਲ ਰਹੀ ਹੈ। ਹਜ਼ੂਰ ਕਹਿੰਦੇ ਤੂੰ ਦਾਨਾ, ਦਾਨਾ ਸਿਆਣਾ ਸੂਝਵਾਨ ਦਿਲਾਂ ਦੀ ਸਮਝਣ ਵਾਲਾ, ਫਾਰਸੀ ਮੂਲ ਦਾ ਸ਼ਬਦ ਹੈ। ਤੂੰ ਦਾਨਾ, ਤੂੰ ਅਬ ਚਲ, ਚਲਾਏਮਾਨ ਨਹੀਂ ਹੈ, ਟਿਕਿਆ ਹੋਇਆ ਹੈ। ਤੂੰ ਜਾਤ ਮੇਰੀ ਪਾਤੀ, ਤੂੰ ਹੀ ਮੇਰੀ ਜਾਤ ਤੇ ਪਤ ਹੈ, ਕੁੱਲ ਹੈ, ਭਾਵ ਤੂੰ ਹੀ ਮੈਂ ਨਿਮਾਣੀ ਦਾ ਮਾਣ ਹੈ, ਹੋਰ ਮੈਨੂੰ ਕੋਈ ਵੀ ਮਾਣ ਨਹੀਂ ਹੈ। ਤੂੰ ਅਡੋਲ ਕਦੇ ਡੋਲੇ ਨਾਹੀਂ, ਤਾਹਮ ਕੈਸੀ ਤਾਤੀ। ਤੂੰ ਅਡੋਲ ਹੈ, ਕਦੀ ਵੀ ਡੋਲਦਾ ਨਹੀਂ ਹੈ, ਭਟਕਦਾ ਨਹੀਂ ਹੈ। ਕਿੱਦਾਂ ਦਾ ਅਡੋਲ ਹੈ ਤੂੰ, ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਐਦਾਂ ਦਾ ਅਡੋਲ ਹੈ, ਪਹਾੜ ਵਰਗਾ। ਕਈ ਵਾਰੀ ਅਸੀਂ ਬੰਦਿਆਂ ਨੂੰ ਕਹਿ ਦਿੰਦੇ ਆ ਕਿ ਮੈਨੂੰ ਤੇ ਤੇਰਾ ਪਹਾੜ ਜਿੱਡਾ ਆਸਰਾ ਹੈ, ਪਰ ਪਹਾੜ ਜਿੱਡਾ ਆਸਰਾ ਤੇ ਰੱਬ ਦਾ ਹੀ ਹੋਇਆ ਕਰਦਾ ਹੈ। ਅਸੀਂ ਭਟਕਦੇ ਆ, ਡੋਲਦੇ ਆ। ਜੇ ਅਸੀਂ ਆਪਣੀ ਭਟਕਣਾ ਡੋਲਣਾ ਨੂੰ ਮਿਟਾਉਣਾ ਚਾਹੁੰਦੇ ਆ, ਖਤਮ ਕਰਨਾ ਚਾਹੁੰਦੇ ਆ, ਤੇ ਅਡੋਲ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਜੁੜ ਜਾਈਏ। ਤੂੰ ਅਡੋਲ ਕਦੇ ਡੋਲਣਾ ਨਹੀਂ, ਵਾਹਿਗੁਰੂ ਪਰਮਾਤਮਾ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਹਮ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਰੱਖ ਲੀਨੀ ਹਰ ਮੇਰੀ, ਆਸਰਾ ਕਹੋ ਜੇ ਅਬ ਤਬ ਜਬ ਕਬ, ਤੂੰ ਹੀ। ਏਦਾਂ ਕਹਿ ਉਠੀਏ। ਅੱਗੇ ਬਚਨ ਇੱਥੇ ਵੀ ਮਹਾਰਾਜ ਨੇ ਕਰਨਾ ਹੈ, ਤੂੰ ਹੀ ਹੈ, ਤੂੰ ਹੀ ਹੈ, ਤੇਰੇ ਤੋਂ ਬਿਨਾ ਕੋਈ ਨਹੀਂ। ਤੂੰ ਅਡੋਲ ਕਦੇ ਡੋਲਣਾ ਨਹੀਂ, ਤਾਂ ਹਮ ਕੈਸੀ ਤਾਤੀ। ਫਿਰ ਮੈਨੂੰ ਕਾਹਦੀ ਤਾਤ, ਮੈਨੂੰ ਕਾਹਦਾ ਡਰ ਭਉ ਹੈ। ਏਕੈ ਏਕੈ ਏਕ ਤੂੰ ਹੀ, हे परमात्मा इको एक तू ही तू है, तू ही तू है। न देव दानवारा ना सिद्ध साधिका धरा, अस्त एक दिगर कोई, एक तुई एक तुई। एक तू ही तू है। एका एका तू राया, इको एक तू ही राजा, तू ही सबना दा मालक है जी। तौ किरपा ते सुख पाया, मैं जिंदगी दे विच सुख लै रहा, खुशियां खेड़े ते आनंद नूं पहुंच रहा हाँ, तेरी ही किरपा दे नाल, तेरी ही बख्शिश नाल। रहाऊ
तू सागर हम हंस तुम्हारे तुम मेहमान लाला। हे वाहिगुरु जी, तू समुंदर दी मानिंद है। जिवें समुंदर दे विच रत्ना पदार्थां अमोलक हीरियां दी कोई कमी नहीं है, बेअंत है, अथा अमुक खजाना है। इसे तरह तू सागर हम हंस तुम्हारे। जिवें समुंदर दे कंढे बैठ करके हंस जेड़े ने ਉਹਦਿਆਂ ਲਾਲਾਂ ਦਾ, ਅਮੋਲਕਾਂ ਦਾ, ਹੀਰਿਆਂ ਜਵਾਹਰਾਤਾਂ ਦਾ ਆਨੰਦ ਲੈਂਦੇ ਨੇ, ਕਹਿੰਦੇ ਛਕਦੇ ਹਨ। ਇਸੇ ਤਰ੍ਹਾਂ ਮੈਂ ਵੀ ਤੂੰ ਸਮੁੰਦਰ ਦੇ ਲਾਗੇ ਪਹੁੰਚ ਗਿਆ ਤੇ ਰੋਜ਼ ਰੋਜ਼ ਤੇਰੇ ਵਿੱਚੋਂ ਨਾਮ ਬਾਣੀ ਗੁਣਾ ਰੂਪੀ ਲਾਲਾਂ ਦਾ ਅਮੁੱਲਕ ਸਾਧ उत्तम अमूलिक साधे बचन, उत्तम श्लोक साध के बचन, अमूलिक लाले रतन सुनत कमावत होत निहार आप तरह लोके निस्तार। तो समुंदर वर्गा परमात्मा वो ऐसा वडियाइयां दे नाल सिफतां दे नाल भरिया है। तुम देव हो तिल संक ना मन हो हम पुंच है सदा निहाला। तू देण लगा अपने गुण वडियाइयां जस सिफतां नू सुखां नू तू देण लगा तो दुनिया नू जीवां नू जदों तू ये दातां देंदा है ते तिल शंक ना मन है अपने हिरदे दे विच परमात्मा तू अपने दिल विच उन्हां दे औगणा गुनाहां पापां नू विचारदा नहीं है, देई जांदा है, देंदा दे लैंदे थक पाहे जुगा जुगंतर खाई खाए देई जा रहा है, देई जा रहा है। साडियां पापां नू गुनाहां नू वो देखदा नहीं, चितारदा नहीं है। हम बारिक तुम पिता हमारे तुम मुख देव हो खीरा। असी बच्चे हां, तू साडा पिता है, तू साडे मुख दे विच खीरा, खीर दा भाव है दुध, भाव सोहणे पुंचण वाले, स्वादिष्ट सोहणे जिंदगी देण वाले सोहणे पदार्थां नू देंदा है जी। हम खेल है सब लाड लड़ावा है तुम सदगुणी गहीरा। तू अपने सबना ही सानू प्यारियां बच्चियां नू बहुत प्यार करदा है, साडे नाल खेलदा है, सानू गोद विच बैठा करके लाड लडाउंदा है। कदी महसूस करिए परमात्मा किन्ना सानू प्यार करदा है। ठीक उवें जिवें असीं अपने बच्चियां नू प्यार करदे आ उवें जिवें वाहिगुरू जी भी सानू प्यार करदे हन। तुम पूरना पूर रहे संपूरना हम भी संग अकाए। वाहिगुरू परमात्मा एक तू ही पूरा है, तू पूरा हम उरे होछे। पूरा प्रभु आराध्या पूरे के गुण गाओ नानक पूरा पाया। परमात्मा ही पूरा है, परिपूर्ण मुकम्मल है, बाकी सारे असीं अधूरे आ, ना मुकम्मल आ। मुकम्मल परमात्मा है। तुम पूर्ण पूर रहे संपूर्ण हम भी संग गाए। तेरे पूरे वाहिगुरू जी दे नाल जुड़ के माया दियां तृष्णावां वल्लों असीं भी रज गए। मिलत 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 मिल रहिया नानक कहन न जाए। मिलत मिलत मिल रहिया ਜਿਹੜੇ ਮਿਲਣ ਦੀ ਤਾਂਘ ਪੈਦਾ ਕਰ ਲੈਂਦੇ ਹਨ, ਜਿਹੜੇ ਵਾਹਿਗੁਰੂ ਨੂੰ ਮਿਲਣ ਵਾਸਤੇ ਚੱਲ ਪੈਂਦੇ ਨੇ। ਜਿਹੜਾ ਚੱਲ ਪਏਗਾ ਜ਼ਾਹਿਰ ਹੈ ਪਹੁੰਚ ਵੀ ਜਾਏਗਾ, ਜਿਹਨੇ ਸੋਚਿਆ ਹੀ ਨਹੀਂ ਚੱਲਣ ਦਾ ਪਹੁੰਚੇਗਾ ਵੀ ਨਹੀਂ। ਤੇ ਜਿਹੜਾ ਮਿਲਣ ਵਾਸਤੇ ਚੱਲ ਪਿਆ, ਜਿਹਨੇ ਤਾਂਘ ਪੈਦਾ ਕਰ ਲਈ, ਵਲਵਲਾ ਪੈਦਾ ਕਰ ਲਿਆ, ਉਹ ਮਿਲ ਜਾਏਗਾ ਤੇ ਮਿਲ ਕੇ ਪਰਮਾਤਮਾ ਤੇਰੇ ਵਿੱਚ ਸਮਾਇਆ ਹੋਇਆ ਰਹੇਗਾ। ਮਿਲਤ ਮਿਲਤ ਮਿਲ ਰਹਿਆ ਨਾਨਕ ਕਹਿਣ ਨਾ ਜਾਏ। ਤੇ ਉਸ ਮਿਲੇ ਹੋਏ ਦੀ ਤੇਰੇ ਵਿੱਚ ਸਮਾਏ ਹੋਏ ਉਸ ਜਨ ਦੀ ਮਹਿਮਾ कई नहीं जा सकती, व्याख्यान नहीं की जा सकती। धन गुरुदेव महाराज सच्चे पातशाह जिन्हां दी बाणी बहुत अथाह, बड़ा समुंदर है, बड़ी ही जग तारक है। असीं अपने जीवन दे विच ढाल लईए, साडे जीवन दा अमली हिस्सा बन जाए, अमलां दे विच आ जावे। साध संगत अमृत छकीए, सिंह सजीए, गुरु वाले बणीए, बाणी नाल प्यार करिए। साडा लोक ते परलोक सुहेला सुहावना हो जाए। भुल्लां दी गलतियां दी खिमा बख्शिश करना सत्संगत और बेअंत शुकराना है धन गुरु रामदास महाराज, धन गुरु ग्रंथ साहिब जी दा, जिन्हां ने बेअंत कृपा करके अपने शब्द दी विचार दे नाल जोड़ना कीता है। बहुत बहुत धन्नवाद। कौम दी मायनाज हस्ती सिंह साहिब मुख ग्रंथी सचखंड श्री दरबार साहिब ਗਿਆਨੀ ਜਗਤਾਰ ਸਿੰਘ ਜੀ ਦਾ, ਜਿਨ੍ਹਾਂ ਨੇ ਸੇਵਾ ਦਾ, ਹਾਜ਼ਰੀ ਦਾ, ਗੁਰੂ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਦਾ ਬਲ ਬਖਸ਼ਿਆ। ਸਮੁੱਚੇ ਪ੍ਰਬੰਧ ਦੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਸਾਰੇ ਸੇਵਾਦਾਰਾਂ ਦੀ, ਗੁਰੂ ਪਿਆਰਿਆਂ ਦਾ
सब धन्नवाद, संगतां दा धन्नवाद। आओ फतेह गजाइए, शब्द दियां आखिरी पंक्तियां सरवण करिए जी। तुम पूरन पूर रहे संपूर्ण, हम पे संग अगाए। मिलत 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 मिल रहया, नानक कहन न जाए।